ਉਹ ਪੂਰੀ ਕੀਤੀ ਹੈਗੀ ਹੈ। ਤੇ ਮੈਂ ਬੇਨਤੀ ਕਰਦਾ ਗੁਰਪ੍ਰੀਤ ਸਿੰਘ ਜੋਹਲ ਜੀ ਨੂੰ ਕਿ ਆਪ ਜੀ ਸਾਂਝ ਪਾਇਆ ਜੇ। ਆਪ ਜੀ ਨੇ ਅੱਜ ਸਾਡੇ ਨਾਲ ਸਾਂਝ ਪਾਣੀ ਸੀ, ਕੁਝ ਇਤਿਹਾਸ ਬਾਰੇ ਸਾਂਝ ਪਾਣੀ ਸੀ। ਇਹ ਦਿਨ ਰੋਜ਼ਾਨਾ ਹੀ ਜਿਹੜੇ ਦਿਨ ਹਨ ਸ਼ਹਾਦਤ ਦੇ ਦਿਨ ਹਨ, ਤੇ ਆਉਣ ਵਾਲੇ ਸਮੇਂ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਵੀ ਸ਼ਹਾਦਤ ਦਾ ਸਮਾਂ ਆਉਣਾ ਹੈ। ਤੇ ਮੈਂ ਬੇਨਤੀ ਕਰਦਾ ਸਤਿਕਾਰਯੋਗ ਗੁਰਪ੍ਰੀਤ ਸਿੰਘ ਜੋਹਲ ਜੀ ਨੂੰ ਜੀ ਆਪ ਜੀ ਵਿਚਾਰ ਰੱਖਿਆ ਜੇ। गुरप्रीत भी जी आप जी दी ऑडियो म्यूट हो गई है, आप जी प्लीज अनम्यूट कर लिया जाए जी। वाहिगुरु जी का खालसा वाहिगुरु जी की फतेह। फतेह भी जी। आ रही आवाज जी? जी जी बिल्कुल आ रही है जी। पहली बार इस माध्यम राही मैं विचार रखने दे ਜਿਹੜੇ ਯਤਨ ਕਰ ਰਹੇ ਹਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਆਪ ਦੇ ਵਿੱਚ ਬੜੇ ਸੋਹਣੇ ਢੰਗ ਤਰੀਕੇ ਦੇ ਨਾਲ ਵਿਚਾਰ ਜਿਹੜੇ ਹੋ ਰਹੇ ਸੀ। ਲੇਕਿਨ ਲੰਮੇਰੇ ਸਮੇਂ ਤੋਂ ਮੈਂ ਜਿਹੜਾ ਵਿਚਾਰ ਕਦੀ ਵੀ ਇਸ ਢੰਗ ਨਾਲ ਨਹੀਂ ਸੀ ਕੀਤੀ ਤੇ ਅੱਜ ਮੌਕਾ ਮਿਲਿਆ, ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ। ਬੜਾ ਸੁੰਦਰ ਇਤਿਹਾਸ, ਜਿਹੜਾ ਬੜਾ ਦਰਦ ਭਰਾ ਇਤਿਹਾਸ ਜਿਹੜਾ ਸਾਂਝਾ ਹੋ ਰਿਹਾ ਸੀ। ਤੇ ਆਓ ਜਿਤਨਾ ਕੁ ਸਮਾਂ ਮਿਲਿਆ ਉਹਦੇ ਵਿੱਚ ਅਸੀਂ ਗੁਰਮਤਿ ਦੇ ਅਨੁਸਾਰ ਇਤਿਹਾਸ ਨੂੰ ਪੜਚੋਲਣ ਵਿਚਾਰਨ ਦੀ ਇੱਕ ਕੋਸ਼ਿਸ਼ ਜਿਹੜੀ ਕਰਨੀ ਹੈ। ਅਸੀਂ ਜਦੋਂ ਵੀ ਦੇਖਦੇ ਹਾਂ ਕਿ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਜਦੋਂ ਵੀ ਸਾਡਾ ਧਿਆਨ ਜਾਂਦਾ ਹੈ, ਸੁਰਤ ਜਾਂਦੀ ਹੈ, ਤਾਂ ਉੱਥੇ ਸਾਨੂੰ ਦੁਨੀਆ ਦੇ ਇਤਿਹਾਸ ਦੀਆਂ ਮਹਾਨ ਘਟਨਾਵਾਂ ਜਿਹੜੀਆਂ ਉੱਥੋਂ ਆਰੰਭ ਹੁੰਦੀਆਂ ਨੇ। ਉਹ ਇੱਕ ਇੰਝ ਕਹਿ ਲਈਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖੀ ਦਾ ਜਾਂ ਗੁਰਮਤਿ ਦਾ ਜਾਂ ਸੱਚ ਦਾ ਜਿਹੜਾ ਕੇਂਦਰ ਜਿਹੜਾ ਅਨੰਦਪੁਰ ਸਾਹਿਬ ਨੂੰ ਸਥਾਪਿਤ ਕਰ ਦਿੱਤਾ ਸੀ। ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੀ ਜਦੋਂ ਇਨਸਾਨੀਅਤ ਉੱਤੇ ਹਮਲਾ ਹੋ ਰਿਹਾ ਸੀ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਸ਼ਹਾਦਤ ਵਾਸਤੇ ਤੋਰਿਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਜਿਹੜਾ ਖੰਡੇ ਬਾਟੇ ਦੀ ਪਹੁਲ ਹੈ ਉਹ ਸਤਿਗੁਰੂ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਦੇ ਕੇ ਤੇ ਇੱਕ ਜੋਸ਼ ਜਿਹੜਾ ਜਜ਼ਬਾ ਗੁਰੂ ਨਾਨਕ ਦੇ ਘਰ ਤੋਂ, ਗੁਰੂ ਨਾਨਕ ਦੀ ਜੋਤ ਤੋਂ ਆਰੰਭ ਹੋਇਆ ਸੀ, ਉਹ ਜਜ਼ਬੇ ਨੇ ਇੱਕ ਬਹੁਤ ਵਿਸ਼ਾਲ ਰੂਪ ਅਨੰਦਪੁਰ ਸਾਹਿਬ ਦੀ ਧਰਤੀ ਲਿਆ ਕਿ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਸਤਿਗੁਰੂ ਜੀ ਨੇ ਇੱਕ ਵੱਡੇ ਇਕੱਠ ਦੇ ਵਿੱਚ ਉਹ ਕਰ ਦਿਖਾਇਆ ਜੋ ਇਤਿਹਾਸ ਦੇ ਵਿੱਚ ਕਿਤੇ ਵੀ ਨਜ਼ਰੀ ਨਹੀਂ ਸੀ ਪੈਂਦਾ। ਇਤਿਹਾਸ ਬਣ ਗਿਆ ਦੁਨੀਆ ਦਾ। ਇਤਿਹਾਸ ਜਿਹੜਾ ਦੁਨੀਆ ਦੇ ਇਤਿਹਾਸ ਵਿੱਚ ਉਹ ਸਭ ਤੋਂ ਵੱਡੇ ਕਾਰਨਾਮੇ ਉੱਥੇ ਸ਼ਾਮਲ ਹੋਏ। ਫਿਰ ਅਸੀਂ ਪੜ੍ਹਦੇ ਹਾਂ 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜੀਆਂ ਨੇ। ਤੇ ਕਿਤੇ ਵੀ ਇਹ ਗੱਲ ਕਹਿਣੀ ਬਣਦੀ ਆ ਕਿ ਜਰ ਜੋਰੂ ਜਾਂ ਜ਼ਮੀਨ ਵਾਸਤੇ ਨਹੀਂ, ਉਹਨਾਂ ਨੇ ਸੱਚ ਨੂੰ ਸਨਮੁਖ ਰੱਖ ਕੇ ਤੇ ਗਰੀਬਾਂ ਲਤਾੜਿਆਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਜਿਹੜੀਆਂ ਜੰਗਾਂ ਕੀਤੀਆਂ ਨੇ। ਪਰ ਖੈਰ ਜਿਹੜੀ ਗੱਲ ਕਰਨੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਗੁਜਰ ਕੌਰ ਦੀ ਜਿਹੜੀ ਸ਼ਹਾਦਤ ਹੋਈ ਹੈ, ਅਸੀਂ ਉਸ ਦੇ ਵੱਲ ਆਉਣਾ ਹੈ। ਲੇਕਿਨ ਟੂਕ ਮਾਤਰ ਅਸੀਂ ਜੋ ਇਤਿਹਾਸ ਸੁਣ ਰਹੇ ਸੀ ਉਹਦੇ ਵਿੱਚੋਂ ਹੀ ਆਰੰਭਤਾ ਮੈਂ ਜਿਹੜੀ ਕਰਾਂਗਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਿਹੜਾ ਸਫ਼ਰ, ਦਰਦ ਭਰਾ ਸਫ਼ਰ ਕਹਾਂਗਾ ਮੈਂ ਕਿ ਦਰਦ ਭਰਾ ਜਿਹੜਾ ਸਫ਼ਰ ਹੈ ਉਹ ਆਰੰਭ ਹੁੰਦਾ ਹੈ। ਪੂਰਾ ਪਰਿਵਾਰ ਤੇ ਗੁਰੂ ਕੇ ਜਿਹੜੇ ਪਿਆਰੇ ਸਿੱਖ ਨੇ ਉਹ ਸਤਿਗੁਰੂ ਜੀ ਦੇ ਨਾਲ ਨੇ। ਜਿੱਥੇ ਸਰਸਾ ਨਦੀ ਤੇ ਜਦੋਂ ਪਹੁੰਚਦੇ ਆ ਉੱਥੇ ਜਿਹੜਾ ਗੁਰਦੁਆਰਾ ਬਣਿਆ ਪਰਿਵਾਰ ਵਿਛੋੜਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਜ਼ਰੀਏ ਰਾਹੀਂ ਅਸੀਂ ਵੇਖਣ ਦਾ ਯਤਨ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਮੁੱਚੇ ਸਿੱਖਾਂ ਦੇ ਕਾਫਲੇ ਨੂੰ ਵੀ ਆਪਣਾ ਪਰਿਵਾਰ ਹੀ ਮੰਨਦੇ ਸਨ। ਅਜੇ ਇਹ ਗੱਲ ਬਹੁਤ ਸਮਝਣ ਵਾਲੀ ਹੈ ਕਿ ਜਿਸ ਵਕਤ ਅਨੰਦਪੁਰ ਛੱਡਿਆ ਹੈ ਨਾ, ਅਨੰਦਪੁਰ ਨੂੰ ਇੱਕ ਗੱਲ ਜਿਹੜੀ ਸਮਝਣ ਦੀ ਜ਼ਰੂਰਤ ਹੈ ਉਹ ਕੀ ਆ ਕਿ ਅਨੰਦਪੁਰ ਇਹ ਤਾਂ ਠੀਕ ਹੈ ਕਿ ਇਤਿਹਾਸ ਦੇ ਵਿੱਚ ਮਿਲਦਾ ਹੈ ਕਿ ਕਸਮਾਂ ਤੇ ਸਹੁੰਆਂ ਖਾਧੀਆਂ ਉਹਨਾਂ ਨੇ ਤੇ ਸਤਿਗੁਰੂ ਮਹਾਰਾਜ ਨੇ ਅਨੰਦਪੁਰ ਨੂੰ ਛੱਡ ਦਿੱਤਾ। ਪਰ ਇੱਕ ਗੱਲ ਜਿਹੜੀ ਮੈਨੂੰ ਸਮਝ ਵਿੱਚ ਪੈਂਦੀ ਆ ਉਹ ਇਹ ਕਿ ਅਨੰਦਪੁਰ ਦੇ ਜਿਹੜੇ ਵਾਸੀ ਸਨ, ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਣ, ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਦੇ ਸਨ, ਜਿਹੜੇ ਰੋਜ਼ਾਨਾ ਗੁਰਮਤਿ ਨੂੰ ਸੁਣਦੇ ਸਨ, ਗੁਰੂ ਘਰ ਦੇ ਵਿੱਚ ਆਉਂਦੇ, ਸੇਵਾ ਨਿਭਾਉਂਦੇ, ਸਤਿਗੁਰੂ ਜੀ ਦੇ ਦਰਸ਼ਨ ਕਰਦੇ ਸਨ, ਉਹਨਾਂ ਦੇ ਭਲੇ ਵਾਸਤੇ ਵੀ ਸਤਿਗੁਰੂ ਮਹਾਰਾਜ ਨੇ ਅਨੰਦਪੁਰ ਨੂੰ ਛੱਡ ਦਿੱਤਾ ਸੀ।
ਉਹਦਾ ਇੱਕ ਕਾਰਨ ਹੈ ਕਿਉਂਕਿ ਸਤਿਗੁਰੂ ਦੀ ਬਾਣੀ ਦੇ ਅਨੁਸਾਰ ਗੁਰਮਤਿ ਦੇ ਨਜ਼ਰੀਏ ਦੇ ਵਿੱਚੋਂ ਜਦੋਂ ਤੁਸੀਂ ਵੇਖਦੇ ਆ ਸਤਿਗੁਰ ਸਭ ਦਾ ਭਲਾ ਮਨਾਏਂਦਾ। ਫਿਰ ਅਸੀਂ ਸ਼ਬਦ ਪੜ੍ਹਦੇ ਹਾਂ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਜਦੋਂ ਆਨੰਦ ਕਾਰਜ ਦੀ ਗੱਲ ਚੱਲਦੀ ਹੈ ਤਾਂ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਦਿੱਲੀ ਦੀਆਂ ਸੰਗਤਾਂ ਦੇ ਕਹਿਣ ਦੇ ਉੱਤੇ, ਕਿਉਂਕਿ ਸੰਗਤ ਦੀ ਗੱਲ ਜਿਹੜੀ ਆ ਗੁਰੂ ਘਰ ਦੇ ਵਿੱਚ ਪ੍ਰਵਾਨ ਰਹੀ ਹੈ ਹਮੇਸ਼ਾ, ਤੇ ਦਿੱਲੀ ਦੀਆਂ ਸੰਗਤਾਂ ਦੇ ਕਹਿਣ ਦੇ ਉੱਤੇ ਉਹ ਰਿਸ਼ਤਾ ਨਹੀਂ ਲੈਂਦੇ, ਕਿਉਂਕਿ ਉਹ ਰਿਸ਼ਤਾ ਜਿਹੜਾ ਸੀ ਹੰਕਾਰੀ ਪੁਰਸ਼ ਦਾ ਰਿਸ਼ਤਾ ਸੀ। ਇਸ ਕਰਕੇ ਸਤਿਗੁਰੂ ਜੀ ਨੇ ਉਸ ਰਿਸ਼ਤੇ ਨੂੰ ਪ੍ਰਵਾਨ ਨਹੀਂ ਕੀਤਾ ਸੀ। ਇਸੇ ਤਰ੍ਹਾਂ ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ, ਉਹਦੇ ਪਿੱਛੇ ਵੀ ਜਿਨ੍ਹਾਂ ਦੇ ਉੱਪਰ ਜ਼ੁਲਮ ਹੋ ਰਿਹਾ ਸੀ ਉਹ ਲੋਕ ਆਣ ਕੇ ਤੇ ਸਤਿਗੁਰੂ ਅੱਗੇ ਫਰਿਆਦ ਬੇਨਤੀ ਜਾਂ ਅਰਜ਼ ਕਰਦੇ ਆ, ਤੇ ਮਹਾਰਾਜ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਦਾ ਸਿਧਾਂਤ ਪੇਸ਼ ਕਰਦੇ ਆ ਤੇ ਸ਼ਹਾਦਤ ਦੇਣ ਵਾਸਤੇ ਆਪਣੇ ਪਿਤਾ ਜੀ ਨੂੰ ਤੋਰਦੇ ਆ। ਅੱਜ ਜਦੋਂ ਆਨੰਦਪੁਰ ਤੇ ਭੀੜ ਬਣੀ, ਆਨੰਦਪੁਰ ਦੇ ਵਾਸੀਆਂ ਤੇ ਭੀੜ ਬਣੀ, ਤੇ ਆਨੰਦਪੁਰ ਦੇ ਵਾਸੀਆਂ ਨੇ ਤਕਰੀਬਨ ਜਿਤਨਾ ਕੁ ਇਤਿਹਾਸ ਮਿਲਦਾ ਇੱਕ ਲਗਭਗ 7-8 ਜਾਂ 6 ਮਹੀਨੇ ਜਿਤਨਾ ਕੁ ਸਮਾਂ ਉੱਥੇ ਆਮ ਇਤਿਹਾਸਕਾਰ ਦੱਸਦਾ ਹੈ ਕਿ ਘੇਰਾ ਪਿਆ ਰਿਹਾ, ਤੇ ਘੇਰਾ ਵੀ ਲੱਖਾਂ ਦੀਆਂ ਫੌਜਾਂ ਨੇ ਪਾਇਆ। ਤੇ ਜਦੋਂ ਘੇਰਾ ਪੈਂਦਾ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ, ਇਹ ਗੱਲ ਜਿਹੜੀ ਸਭ ਤੋਂ ਜ਼ਰੂਰੀ ਸਮਝਣ ਵਾਲੀ ਹੈ ਕਿ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਾਸੀਆਂ ਨੇ ਗੁਰੂ ਸਾਹਿਬ ਜੀ ਅੱਗੇ ਜ਼ਰੂਰ ਬੇਨਤੀ ਕੀਤੀ ਹੋਏਗੀ ਕਿ ਜਦੋਂ ਸਤਿਗੁਰੂ ਮਹਾਰਾਜ ਨੂੰ ਛੱਡਣਾ ਨਹੀਂ ਸਨ ਚਾਹੁੰਦੇ, ਪਰ ਭੀੜ ਬਣੀ ਆਮ ਵਰਗ ਦੇ ਉੱਤੇ, ਗਰੀਬਾਂ ਦੇ ਉੱਤੇ, ਤੇ ਉਹਨਾਂ ਲੋਕਾਂ ਨੇ ਵੀ ਆ ਕੇ ਜ਼ਰੂਰ ਫਰਿਆਦ ਕੀਤੀ ਹੋਏਗੀ। ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜਦੋਂ ਪੂਰਾ ਪਰਿਵਾਰ ਤੇ ਗੁਰੂ ਕੇ ਪੂਰੇ ਸਿੱਖ ਜਿਹੜੇ ਨੇ ਛੱਡਦੇ ਨੇ, ਇਹ ਸਫ਼ਰ ਜਿਹੜਾ ਆਰੰਭ ਹੁੰਦਾ ਹੈ। ਕੁਝ ਲੋਕ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਉੱਥੇ ਹੀ ਵਿਛੜ ਜਾਂਦੇ ਨੇ, ਕੁਝ ਗੁਰੂ ਕੇ ਪਾਰ ਹੀ ਸਮਝਾਂਗੇ, ਕਿਉਂਕਿ ਪੂਰੇ ਸਿੱਖ ਨੂੰ ਗੁਰੂ ਸਾਹਿਬ ਜੀ ਜਦੋਂ ਕਹਿੰਦੇ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਵੈ ਜੀਵਤ ਕਈ ਹਜ਼ਾਰ। ਇੱਥੋਂ ਸਾਨੂੰ ਇਹ ਗੱਲ ਸਮਝ ਲੱਗਦੀ ਹੈ ਕਿ ਆਨੰਦਪੁਰ ਦੇ ਵਾਸੀ ਵੀ ਸਤਿਗੁਰੂ ਜੀ ਦਾ ਇੱਕ ਪਰਿਵਾਰ ਹੀ ਸਨ, ਤੇ ਪਰਿਵਾਰ ਨੂੰ, ਉਸ ਪਰਿਵਾਰ ਨੂੰ ਵੀ ਸਤਿਗੁਰੂ ਜੀ ਨੂੰ ਛੱਡਣਾ ਪਿਆ। ਫਿਰ ਜਦੋਂ ਸਰਸਾ ਨਦੀ ਲਾਗੇ ਉੱਥੇ ਵੀ ਯੁੱਧ ਹੁੰਦਾ ਹੈ, ਜਾਂ ਸਰਸਾ ਨਦੀ ਦੇ ਵਿੱਚ ਜਿਹੜਾ ਹੜ੍ਹ ਆਇਆ ਹੈ ਉਹਦੇ ਵਿੱਚ ਵੀ ਗੁਰੂ ਕੇ ਸਿੱਖ ਜਿਹੜੇ ਨੇ ਜਾਨਾਂ ਹਲੂਣ ਕੇ ਲੜਦੇ ਵੀ ਹਨ ਤੇ ਉਸ ਵਿੱਚ ਡੁੱਬ ਕੇ ਸ਼ਹੀਦ ਵੀ ਹੋ ਜਾਂਦੇ ਹਨ। ਤਾਂ ਉੱਥੇ ਇੱਕ ਪਰਿਵਾਰ, ਉੱਥੇ ਵੀ ਸਤਿਗੁਰੂ ਜੀ ਦਾ ਜਿਹੜਾ ਉਹ ਪਰਿਵਾਰ ਦੇ ਜੀ, ਕੁਛ ਕਹਿ ਲਈਏ ਸਿੱਖ ਜਿਹੜੇ ਨੇ ਗੁਰੂ ਦੇ ਪਰਿਵਾਰ ਦੇ ਜੀ ਨੇ, ਤੇ ਉੱਥੇ ਵੀ ਇੱਕ ਵਿਛੋੜਾ ਪੈਂਦਾ ਹੈ। ਫਿਰ ਉੱਥੇ ਜਿਹੜਾ ਪਰਿਵਾਰਕ ਵਿਛੋੜਾ ਲਿਖਿਆ ਹੈ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ, ਕਿ 3 ਹਿੱਸੇ ਪਰਿਵਾਰ ਦੇ ਹੋ ਜਾਂਦੇ ਨੇ। ਇੱਕ ਹਿੱਸਾ ਚਮਕੌਰ ਦੀ ਗੜੀ ਨੂੰ ਜਿਹੜਾ ਪਹੁੰਚਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਵੱਡੇ ਸਾਹਿਬਜ਼ਾਦੇ, ਉੱਥੇ ਜਾ ਕੇ ਜਿਹੜੀ ਆਪ ਜੀ ਸਰਵਣ ਕਰ ਰਹੇ ਸੀ ਕਿ ਉੱਥੇ ਜੰਗ ਦੇ ਮੈਦਾਨ ਦੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਤੇ ਹੋਰ ਗੁਰੂ ਕੇ ਸਿੰਘ ਲੜ ਕੇ ਸ਼ਹੀਦ ਹੁੰਦੇ ਆ। ਸੋ ਉੱਥੇ ਚਮਕੌਰ ਦੀ ਗੜੀ ਦੇ ਵਿੱਚ ਇੱਕ ਹਿੱਸਾ ਗਿਆ। ਫਿਰ ਗੁਰੂ ਕੇ ਮਹਿਲ ਤੇ ਭਾਈ ਮਣੀ ਸਿੰਘ ਜੀ ਦਿੱਲੀ ਵਾਲੇ ਪਾਸੇ ਨੂੰ ਰਵਾਨਾ ਹੋਏ। ਤੇ ਇੱਕ ਗੱਲ ਜਿਹੜੀ ਪ੍ਰਤੱਖ ਤੌਰ ਤੇ ਸਮਝ ਆਉਂਦੀ ਹੈ ਕਿ ਉਸ ਘਮਸਾਨ ਯੁੱਧ ਦੇ ਵਿੱਚ ਇੱਕ ਗੱਲ ਬੜੀ ਸੋਚਣ ਵਾਲੀ ਹੈ ਕਿ ਪਰਿਵਾਰ ਇੰਨਾ ਪਤਾ ਲੱਗ ਚੁੱਕਾ ਸੀ ਸਾਹਿਬਜ਼ਾਦਿਆਂ, ਛੋਟੇ ਸਾਹਿਬਜ਼ਾਦਿਆਂ ਨੂੰ ਵੀ, ਕਿ ਹੁਣ ਜਿਹੜਾ ਇਹ ਵਿਛੋੜਾ ਪੈ ਗਿਆ ਹੈ ਕਿ ਸ਼ਾਇਦ ਹੀ ਅਸੀਂ ਇਕੱਠੇ ਹੋ ਸਕੇ। ਪਰ ਇੱਕ ਅੰਦਰ ਦੇ ਗੱਲ ਨਿਸ਼ਚਾ ਵੀ ਹੋ ਸਕਦਾ ਸੀ। ਪਰ ਜਿਵੇਂ ਅੱਲਾ ਯਾਰ ਖਾਨ ਜੋਗੀ ਨੇ ਲਿਖਿਆ ਹੈ, ਜਾਂ ਡੁੰਨਾ ਸਿੰਘ ਹੰਡੂਰੀਏ ਬੜੇ ਵੱਡੇ ਕਥਾ ਗੁਰੂ ਕੇ ਸੁੱਤਨ, ਉਹਨਾਂ ਨੇ ਬੜੀ ਸੁੰਦਰ ਢੰਗ ਦੇ ਨਾਲ ਜਿਹੜੀ ਗੱਲ ਕੀਤੀ ਹੈ। ਮੈਂ ਇੱਕ ਗੱਲ ਫਤਿਹਗੜ੍ਹ ਸਾਹਿਬ ਅੱਜ ਤੋਂ ਕੋਈ 5.5 ਸਾਲ ਪਹਿਲਾਂ ਦਰਸ਼ਨ ਕਰਨ ਵਾਸਤੇ ਗਿਆ, ਤੇ ਉਹ ਗੱਲ ਮੈਂ ਉੱਥੇ ਵੇਖੀ ਕਿ ਇੱਕ ਰੱਥ ਸਾਹਿਬ ਨਾਂ ਦਾ ਗੁਰਦੁਆਰਾ ਉੱਥੇ ਬਣਿਆ। ਤੇ ਮੈਂ ਉੱਥੇ ਪੁੱਛਿਆ ਵੀ ਇਹ ਡੁੰਨਾ ਸਿੰਘ ਹੰਡੂਰੀਏ ਨੇ ਤੇ ਜਿਹੜੀ ਗੱਲ ਲਿਖੀ ਹੈ ਵੀ ਜਦੋਂ ਅਸੀਂ ਪੜ੍ਹਦੇ ਹਾਂ ਕਥਾ ਗੁਰੂ ਕੇ ਸੁੱਤਨ ਵਿੱਚ ਵੀ ਸਾਹਿਬਜ਼ਾਦਿਆਂ ਨੂੰ ਕਿਵੇਂ ਲੈ ਕੇ ਆਂਦਾ ਗਿਆ, ਤੇ ਉਹਨਾਂ ਨੂੰ ਜਿਹੜਾ ਬੋਰੀਆਂ ਦੇ ਵਿੱਚ ਬੰਨ੍ਹ ਕੇ, ਤੇ ਕਿਵੇਂ ਉਹਨਾਂ ਮਾਤਾ ਗੁਜਰ ਕੌਰ ਨੂੰ ਵੀ ਬੰਨ੍ਹ ਕੇ, ਤੇ ਕਚਹਿਰੀ ਜਿਹੜੀ ਉੱਥੇ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਲੱਗਦੀ ਸੀ, ਉੱਥੋਂ ਤੱਕ ਲੈ ਕੇ ਆਂਦਾ ਗਿਆ। ਪਰ ਰੱਥ ਦਾ ਜ਼ਿਕਰ ਜਿਹੜਾ ਵਾ ਇਹ ਕਿੱਥੋਂ ਮਿਲਦਾ ਹੈ? ਕਿਉਂਕਿ ਦੁਸ਼ਮਣ ਜਿਹੜਾ ਇਹ ਅੱਕਿਆ ਪਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ, ਬਿਲਕੁਲ ਉਹ ਇੰਨੇ ਜ਼ੋਰ ਵਿੱਚ ਸੀ। ਕਿਉਂਕਿ ਆਪਾਂ ਇਤਿਹਾਸ ਪੜ੍ਹਦੇ ਆ ਨਾ ਜਦੋਂ, ਤੇ ਮੈਨੂੰ ਇੱਕ ਵਿਦਵਾਨ ਨੇ ਬੜੀ ਪਿਆਰੀ ਜਿਹੜੀ ਗੱਲ ਇੱਕ ਲੇਖ ਦੇ ਵਿੱਚ ਬੜਾ ਸੁੰਦਰ ਜਿਹੜਾ ਜ਼ਿਕਰ ਕੀਤਾ ਕਿ ਬਟਾਲੇ ਦੀ ਧਰਤੀ ਤੇ ਇੱਕ ਕੰਧ ਹੈ, ਤੇ ਇੱਕ ਕੰਧ ਜਿਹੜੀ ਸਰਹੰਦ
ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦੀਵਾਰ ਸ਼ਬਦ ਇਸਲਾਮਿਕ ਤੌਰ ਤੇ ਮੰਨਿਆ ਜਾਂਦਾ ਤੇ ਕੰਧ ਸ਼ਬਦ ਜਿਹੜਾ ਸੰਸਕ੍ਰਿਤ ਵਾਲੇ ਪਾਸਿਓਂ ਮੰਨਿਆ ਜਾਂਦਾ। ਵਿਦਵਾਨ ਲਿਖਦਾ ਹੈ ਵੀ ਜਿਹੜੀ ਕੰਧ ਹੈ ਬਟਾਲੇ ਵਾਲੀ, ਉੱਥੇ ਰਾਜ ਪਾਤਸ਼ਾਹ ਨੂੰ ਵਿਪਰ ਦੀ ਸੋਚ ਜਿਹੜੀ ਆ ਉਹ ਖਤਮ ਕਰਨਾ ਚਾਹੁੰਦੀ ਹੈ। ਜਿਹੜੀ ਸਰਹੰਦ ਦੀ ਦੀਵਾਰ ਹੈ ਉੱਥੇ ਕਾਜੀ ਮਲਾਣਿਆਂ ਦੀ ਜਿਹੜੀ ਸੋਚ ਹੈ ਉਹ ਖਤਮ ਕਰਨਾ ਚਾਹੁੰਦੀ ਹੈ। ਤੇ ਕਿਉਂ ਖਤਮ ਕਰਨਾ ਚਾਹੁੰਦੀ? ਕਿਉਂਕਿ ਜਿਸ ਵਿਚਾਰਧਾਰਾ ਨੂੰ ਕਬੀਰ ਸਾਹਿਬ ਨੇ ਜਿਵੇਂ ਲਿਖਿਆ ਹੈ ਕਿ ਕਬੀਰ ਸਾਹਿਬ ਕਹਿੰਦੇ ਕਿ ਅਸੀਂ ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚੱਲੇ ਹਮ ਕਿਸ਼ੋਰ ਲਈ, ਉਸ ਵਿਚਾਰਧਾਰਾ ਨੂੰ ਉਹ ਫੈਲਾ ਰਹੇ ਸੰਸਾਰ ਦੇ ਅੰਦਰ, ਉਸ ਸੱਚ ਨੂੰ ਸਨਮੁਖ ਰੱਖ ਰਹੇ ਜਿਹਦੇ ਨਾਲ ਇਹ ਨੌਕਰੀਆਂ ਜਿਹੜੀਆਂ ਖੌਤੀ ਦਿਖਾਂ ਨੇ ਜਾਰੀਵਾਦੀਆਂ ਇਹ ਬੰਦ ਹੁੰਦੀਆਂ ਸੀ। ਜਿਸ ਵਾਸਤੇ ਇਹ ਸਾਹਿਬਜ਼ਾਦਿਆਂ ਨੂੰ ਵੀ ਕਿਤੇ ਨੀਹਾਂ ਚਿਣਨ ਵਾਸਤੇ ਜਿਹੜਾ ਵਾ ਬੜਾ ਦਰਦ ਭਰਿਆ ਉਹ ਸਮਾਂ ਸੀ ਇਹ ਕਿਹਾ ਜਾ ਰਿਹਾ ਹੈ। ਤੇ ਕਿਤੇ ਗੁਰੂ ਨਾਨਕ ਪਾਤਸ਼ਾਹ ਤੇ ਕੰਧ ਜਿਹੜੀ ਆ ਉਹ ਡੇਗਣ ਦੀ ਜਿਹੜੀ ਇੱਕ ਕੋਸ਼ਿਸ਼ ਜਿਹੜੀ ਕੀਤੀ ਗਈ। ਪਰ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਇਹ ਸਫ਼ਰ ਜਿਹੜਾ ਸਰਸਾ ਨਦੀ ਤੋਂ ਵਿਛੋੜੇ ਪੈਂਦੇ ਆ ਤੇ ਧੰਨ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਨਿੱਕੀਆਂ ਜਿੰਦਾਂ, ਵੇਖੋ ਕਿੱਡੀ ਛੋਟੀ ਜੀ ਗੱਲ ਹੈ, ਨਿੱਕੀਆਂ ਜਿੰਦਾਂ ਤੇ ਸਾਕੇ ਏਡੇ ਮਹਾਨ ਸ਼ਬਦ, ਨਿੱਕਾ ਸ਼ਬਦ ਵਰਤਣ ਨੂੰ ਦਿਲ ਹੀ ਨਹੀਂ ਕਰਦਾ ਕਿਉਂਕਿ ਇਹ ਬੜੀ ਵੱਡੀ ਗੱਲ ਹੈ ਕਿ ਵੱਡੇ ਵੱਡੇ ਵੀ ਜਿਹੜੇ ਨੇ ਛੜਕ ਜਾਂਦੇ ਨੇ, ਡੋਲ ਜਾਂਦੇ ਨੇ, ਪਰ ਕੈਸਾ ਸਿਧਾਂਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰਾਂ 'ਚ ਪੜਿਆ ਹੈ। ਬਹੁਤ ਵੱਡੀ ਗੱਲ ਹੈ ਕਿ ਉਹ ਗੁਰੂ ਨਾਨਕ ਦੇ ਘਰ ਦੀ ਸੋਚ ਨੂੰ ਬਿਲਕੁਲ ਸਮਰਪਿਤ ਹੋ ਗਏ, ਬਿਲਕੁਲ ਸਮਰਪਿਤ। ਵੀ ਜਿਵੇਂ ਭੱਟ ਭਿੱਖਾ ਜੀ ਕਹਿੰਦੇ ਨੇ ਵੀ ਜਿਵ ਤੂੰ ਰੱਖਿਆ ਤੇ ਵਰਹੂ, ਗੁਰੂ ਸਾਹਿਬ ਨੂੰ ਸਨਮੁਖ ਹੋ ਗਏ ਵੀ ਹੁਣ ਜਿਵੇਂ ਤੁਸੀਂ ਜਿਸ ਭਾਣੇ ਵਿੱਚ ਦੁੱਖ ਸੁੱਖ ਦੇ ਵਿੱਚ ਜਿਸ ਅਵਸਥਾ ਦੇ ਵਿੱਚ ਤੁਸੀਂ ਕਹੋਗੇ ਮੈਂ ਉਸੇ ਵਿੱਚ ਰਹਿਣ ਨੂੰ ਤਿਆਰ ਹਾਂ, ਵੀ ਤੁਹਾਨੂੰ ਮੈਂ ਸਮਰਪਿਤ ਹੋ ਗਿਆ। ਬਿਲਕੁਲ ਇਸੇ ਤਰ੍ਹਾਂ ਵੀ ਉਹ ਸਾਹਿਬਜ਼ਾਦੇ ਵੀ, ਮਾਤਾ ਗੁਜਰ ਕੌਰ ਵੀ, ਪੂਰਾ ਦਾ ਪੂਰਾ ਪਰਿਵਾਰ ਹੀ ਜਿਹੜਾ ਵਾ ਗੁਰੂ ਸਾਹਿਬ ਜੀ ਦਾ, ਤੇ ਗੁਰੂ ਕੇ ਪਿਆਰੇ ਸਿੰਘ ਵੀ ਜਿਹੜੇ ਸਮਰਪਿਤ ਹੋਏ ਸੀ। ਗੁਰੂ ਨੂੰ ਸਮਰਪਿਤ ਹੋ ਕੇ ਕੋਈ ਲਾਲਚ ਨਹੀਂ, ਕਿਸੇ ਵੀ ਤਰ੍ਹਾਂ ਦਾ ਜੀਣ ਦਾ ਕੋਈ ਲਾਲਚ ਨਹੀਂ, ਸੱਚ ਨੂੰ ਕਾਇਮ ਰੱਖਣ ਵਾਸਤੇ, ਕਿ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਨੇ ਮਹਾਨ ਕੁਰਬਾਨੀਆਂ ਕਰ ਦਿੱਤੀਆਂ। ਜਦੋਂ ਅਸੀਂ ਪੜ੍ਹਦੇ ਹਾਂ ਕਿ ਸਫ਼ਰ ਜਿਹੜਾ ਤੈਅ ਕਰਦੇ ਕਰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਭ ਤੋਂ ਛੋਟੇ ਲਾਲ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਨਾਲ ਜਦੋਂ ਅਸੀਂ ਪੜ੍ਹਦੇ ਹਾਂ ਕਿ ਕੁੰਮਾ ਮਾਸ਼ਕੀ, ਇੱਕ ਗੱਲ ਜਿਹੜੀ ਆ ਇਤਿਹਾਸ 'ਚੋਂ ਬਹੁਤ ਵਿਸਾਰੀ ਗਈ, ਜਿਨ੍ਹਾਂ ਨੇ ਇਸ ਭਿਆਨਕ ਸਮੇਂ ਵਿੱਚ ਗੁਰੂ ਘਰ ਦੇ ਲਾਲਾਂ ਦੀ ਬਾਂਹ ਫੜੀ ਕਹਿ ਲਈਏ, ਜਾਂ ਇੰਝ ਕਹਿ ਲਈਏ ਕਿ ਗੁਰੂ ਘਰ ਦੇ ਲਾਲਾਂ ਨੂੰ ਆਪਣੇ ਘਰ ਪਨਾਹ ਦਿੱਤੀ, ਜਾਂ ਉੱਥੋਂ ਦੇ ਲਾਗਲੇ ਪਿੰਡ ਦੀ ਜਿਹੜੀ ਬੀਬੀ ਲక్ష్ਮੀ ਸੀ ਉਹਨੇ ਆਣ ਕੇ ਫੁਲਕਾ ਰੋਟੀ ਇਤਿਆਦਿਕ ਜਿਹੜੀ ਛਕਾਈ, ਜਿਸ ਤਰ੍ਹਾਂ ਦੀ ਵੀ ਉਹਦੇ ਕੋਲ ਜੁੜ ਸਕਿਆ ਉਹਨੇ ਸੇਵਾ ਕਮਾਈ। ਜਿਸ ਸਮੇਂ ਲੋਕ ਗੁਰੂ ਸਾਹਿਬ ਜੀ ਦੇ ਕੋਲ ਆਉਣਾ ਵੀ ਡਰਦੇ ਸਨ, ਗੁਰੂ ਦੇ ਪਰਿਵਾਰ ਦੇ ਕੋਲ ਆਉਣਾ ਵੀ ਡਰਦੇ ਸਨ ਵੀ ਕਿਤੇ ਹਕੂਮਤ ਜਿਹੜੀ ਆ ਸਾਨੂੰ ਮਾਰ ਮੁਕਾਣਾ ਦੇਵੇ, ਇਸ ਵਾਸਤੇ ਜਿਨ੍ਹਾਂ ਨੇ ਉਸ ਭਿਆਨਕ ਸਮੇਂ ਗੁਰੂ ਸਾਹਿਬ ਜੀ ਦੇ ਲਾਲਾਂ ਦੀ ਸੇਵਾ ਕਮਾਈ ਆ, ਗੁਰੂ ਸਾਹਿਬ ਜੀ ਦੇ ਲਾਲਾਂ ਨੂੰ ਪਨਾਹ ਦਿੱਤੀ, ਆਪਣੇ ਘਰ ਵਿੱਚ ਰਾਤ ਉੱਥੇ ਰੁਕੇ ਨੇ। ਕੁੰਮਾ ਮਾਸ਼ਕੀ ਦੇ ਘਰ ਕਰੀਮ ਬਖਸ਼ ਵੀ ਜਿਹੜਾ ਨਾਮ ਆਉਂਦਾ ਹੈ, ਬੜੇ ਪਿਆਰੇ ਨਾਮ ਆ। ਇਹਨਾਂ ਇਤਿਹਾਸ ਦੇ ਪਾਤਰਾਂ ਨੂੰ, ਇਹਨਾਂ ਸੱਚੇ ਪਾਤਰਾਂ ਨੂੰ ਅਸੀਂ ਵਿਸਾਰ ਦਿੱਤਾ। ਇਤਿਹਾਸ ਦੇ ਜਿਹੜੇ ਸਾਡੇ ਇਤਿਹਾਸਕਾਰ ਵੀ ਕਈ ਵਾਰ, ਜਾਂ ਕੋਈ ਲੇਖ ਮੈਂ ਪੜ੍ਹਦਾ ਵਾ, ਅਕਸਰ ਇੰਟਰਨੈਟ ਦਾ ਜ਼ਮਾਨਾ ਹੈ ਤੇ ਆਪਾਂ ਪੜ੍ਹਦੇ ਹਾਂ ਵੀ ਗੂਗਲ ਦੇ ਉੱਤੇ ਵੀ ਜਿਹੜੇ ਕੁਝ ਲੇਖ ਜਿਹੜੇ ਪਏ ਆ, ਤੇ ਉਹ ਪੜ੍ਹਦੇ ਆ ਇੱਕ ਗੱਲ ਪਤਾ ਲੱਗਦਾ ਵੀ ਉਹਦੇ ਵਿੱਚੋਂ ਵੀ ਬੀਬੀ ਲక్ష్ਮੀ ਜੀ ਦਾ ਤੇ ਕਰੀਮ ਬਖਸ਼ ਦਾ ਨਾਮ ਹੀ ਜਿਹੜਾ ਵਾ ਉਹ ਵੀ ਜਿਹੜਾ ਵਾ ਮਨਫੀ ਹੈ ਉਹਦੇ ਵਿੱਚੋਂ, ਇਤਿਹਾਸ ਦੇ ਵਿੱਚੋਂ। ਸਿੱਧਾ ਗੰਗੂ ਬ੍ਰਾਹਮਣ ਦੇ ਕੋਲ ਅਸੀਂ ਲੈ ਜਾਂਦੇ ਹਾਂ। ਕਰੀਮ ਬਖਸ਼ ਦੇ ਘਰ ਜਿਹੜੇ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦੇ ਰਾਤ ਰੁਕੇ ਨੇ, ਉੱਥੇ ਬੀਬੀ ਲక్ష్ਮੀ ਨੇ ਸੇਵਾ ਕੀਤੀ ਹੈ। ਤੇ ਫਿਰ ਗੰਗੂ ਦੇ ਪਿੰਡ ਖੇੜੀ, ਕਿਉਂਕਿ ਪਿੰਡ ਦਾ ਨਾਂ ਖੇੜੀ ਸੀ, ਪਰ ਜਦੋਂ ਆਪਾਂ ਪੜ੍ਹਦੇ ਹਾਂ ਕਿ ਇਤਿਹਾਸ ਦੇ ਵਿੱਚ ਨਾਮ ਜਿਹੜਾ ਬਦਲ ਗਿਆ, ਸਹੇੜੀ ਪੈ ਗਿਆ, ਕਿਉਂਕਿ ਅਕਸਰ ਗੁਣਾਂ ਤੋਂ ਨਾਮ ਜਿਹੜੇ ਪ੍ਰਸਿੱਧ ਹੁੰਦੇ ਆ। ਹੁਣ ਅੱਗੇ ਜਾ ਕੇ ਨਾਮ ਇੱਕ ਸੁੱਚਾ ਨੰਦ ਵੀ ਆਵੇਗਾ। ਅਸੀਂ ਜਦੋਂ ਵੇਖਦੇ ਹਾਂ, ਇਤਿਹਾਸ ਪੜ੍ਹਦੇ ਹਾਂ
ਤੇ ਸੁੱਚੇ ਨੰਦ ਦੀ ਜਿਹੜੀ ਨਾਮ ਨਾਲ ਤੇ ਉਹਦੇ ਕਰਮ ਨਹੀਂ ਨਾ ਜੁੜਦੇ, ਉਹਦੀ ਕੰਮ ਨਹੀਂ ਜੁੜਦੇ, ਉਹਦੇ ਬੋਲ, ਉਹਦੀ ਸੋਚ ਨਹੀਂ ਨਾ ਜੁੜਦੀ। ਇਸ ਕਰਕੇ ਇਤਿਹਾਸ ਉਹਨੂੰ ਝੂਠਾ ਨੰਦ ਵੀ ਕਿਹਾ ਹੈ। ਸਮੇਂ ਨਾਲ ਜਿਹੜੇ ਜਿਹੜੇ ਕੰਮ ਕੀਤੇ, ਜਿਸ ਜਿਸ ਤਰ੍ਹਾਂ ਦੇ ਕੰਮ ਹੁੰਦੇ ਨੇ, ਉਸ ਤਰ੍ਹਾਂ ਦੇ ਜਿਹੜੇ ਇਲਾਕੇ ਦੇ ਜਾਂ ਉਸ ਇਨਸਾਨ ਦੇ ਜਿਹੜੇ ਨਾਮ ਤਬਦੀਲ ਹੋ ਜਾਂਦੇ ਨੇ। ਹੁਣ ਜਿਸ ਵਕਤ ਗੰਗੂ ਦੇ ਘਰ ਰਹੇ ਨੇ ਤੇ ਗੰਗੂ ਨੇ ਲਾਲਚ ਵਸ ਹੋ ਕੇ ਮਰਿੰਡੇ ਦੇ ਜਿਹੜੇ ਕੋਤਵਾਲ ਸੀ ਉਹਨਾਂ ਨੂੰ ਜਾ ਕੇ ਖਬਰ ਦਿੱਤੀ। ਉਹਨਾਂ ਨੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਕੈਦ ਵਿੱਚ ਜਿਹੜਾ ਕਰ ਲਿਆ। ਸੋ ਇਹ ਬੜੀ ਵੱਡਾ ਇੱਕ ਬਹੁਤ ਦਰਦਨਾਕ ਸੰਘਰਸ਼ ਹੈ। ਇਸ ਦਰਦਨਾਕ ਸੰਘਰਸ਼ ਨੂੰ ਭਾਵੇਂ ਅਸੀਂ ਕਵੀਆਂ ਦੇ ਕਰਕੇ, ਬਹੁਤ ਜਿਹੜੇ ਸਾਡੇ ਸਤਿਕਾਰਯੋਗ ਕਵੀ ਸੱਜਣ ਨੇ, ਭਾਵੇਂ ਅੱਲਾ ਯਾਰ ਰੱਖਣ ਜੋਗੀ, ਕਿਉਂਕਿ ਉਹਨੇ ਬਹੁਤ ਖਿਆਲੀ ਕਵੀ ਜਿਹੜੇ ਹੁੰਦੇ ਨੇ ਬੜੀ ਉੱਚੀਆਂ ਉਡਾਰੀਆਂ ਲਾ ਲੈਂਦੇ ਨੇ। ਬੜਾ ਕੁਛ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ, ਭਾਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਗੱਲਾਂ ਹੋਈਆਂ ਹੋਣ ਨਾ ਹੋਣ, ਪਰ ਜਿਸ ਤਰ੍ਹਾਂ ਉਹਨੇ ਗੁਰੂ ਦੀ ਸਿਫਤ ਕੀਤੀ ਹੈ ਨਾ, ਗੁਰੂ ਦੇ ਲਾਲਾਂ ਦੀ ਸਿਫਤ ਕੀਤੀ ਆ, ਜਿਵੇਂ ਉਹ ਪਾਤਰ ਬਣਾਉਂਦਾ ਹੈ ਮਾਤਾ ਗੁਜਰ ਕੌਰ ਜੀ ਤੋਂ ਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਜਿਹੜੀ ਵਿਚਾਰ ਚਰਚਾ ਹੁੰਦੀ ਹੈ, ਤੇ ਉਸ ਵਿਚਾਰ ਚਰਚਾ ਦੇ ਬੜੀ ਦਰਦਨਾਕ ਜੀ ਵਿਚਾਰ ਚਰਚਾ ਉਹਨੇ ਲਿਖੀ ਹੈ। ਪਰ ਕਵੀਆਂ ਦੇ ਜਿਹੜੇ ਖਿਆਲ ਨੇ ਉਹਦੇ ਵਿੱਚ ਕੁਛ ਗੱਲ ਮਾਤਰ ਜਿਹੜੀ ਅਸੀਂ ਸਿਧਾਂਤਕ ਤੌਰ ਤੇ ਕਿਤੇ ਪਛੜ ਨਾ ਜਾਈਏ। ਇਸ ਕਰਕੇ ਮੈਂ ਇੱਥੇ ਕਵੀ ਦਾ, ਕਿਸੇ ਦਾ ਕੋਈ ਵੀ ਸ਼ਾਇਰ ਜਿਹੜਾ ਨਹੀਂ ਬੋਲਣ ਦੀ ਕੋਸ਼ਿਸ਼ ਕਰਨੀ। ਡੁੰਨਾ ਸਿੰਘ ਹਡੂਰੀਆ ਨੇ ਲਿਖਿਆ ਹੈ ਕਿ ਜਦੋਂ ਉੱਥੋਂ ਲੈ ਕੇ ਕਚਹਿਰੀ ਵਾਲੇ ਪਾਸੇ ਆਉਂਦਾ ਹੈ ਨਾ, ਤੇ ਜਿਹੜੀਆਂ ਖੱਚਰਾਂ ਹੁੰਦੀਆਂ ਸਨ, ਖੱਚਰਾਂ, ਉਹਨਾਂ ਦੇ ਜਿਹੜਾ ਆਸੇ ਪਾਸੇ ਬੋਰੀਆਂ ਪਾਈਆਂ ਹੁੰਦੀਆਂ ਸਮਾਨ ਢੋਣ ਵਾਸਤੇ, ਤੇ ਉਹਨਾਂ ਬੋਰੀਆਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਜਿਹੜਾ ਪਾ ਲਿਆ, ਤੇ ਨਾਲ ਉਹ ਲਿਖਦੇ ਆ ਵੀ ਮਾਤਾ ਗੁਜਰ ਕੌਰ ਜੀ ਨੂੰ ਜਿਹੜਾ ਵਾ ਉਹਨਾਂ ਦੀਆਂ ਬਾਹਾਂ ਨੂੰ ਬੰਨ੍ਹ ਲਿਆ ਤੇ ਜੂੜ ਲਿਆ ਬਾਹਾਂ ਨੂੰ, ਤੇ ਫਿਰ ਜਾ ਕੇ ਸਰਹੰਦ ਦੀ ਧਰਤੀ ਤੇ ਕਚਹਿਰੀ ਦੇ ਵਿੱਚ ਪੇਸ਼ ਕੀਤਾ। ਹੰਸਲਾ ਨਦੀ ਜਿਹੜੀ ਵਗਦੀ ਸੀ ਉੱਥੋਂ ਲਾਗੋਂ, ਕਹਿੰਦੇ ਨੇ ਕਿ ਠੰਡਾ ਬੁਰਜ, ਜਿਹੜਾ ਜਿਹਨੂੰ ਅਸੀਂ ਠੰਡਾ ਬੁਰਜ ਕਿਉਂ ਕਹਿੰਦੇ ਹਾਂ, ਕਿ ਉੱਥੇ ਉਹ ਬਹੁਤ 140 ਫੁੱਟ ਦਾ ਜ਼ਿਕਰ ਮਿਲਦਾ ਹੈ ਜੀ, ਕਿ 140 ਫੁੱਟ ਦਾ ਪੜ੍ਹਿਆ ਸੀ ਕਿਸੇ ਕਿਤਾਬ 'ਚ ਵੀ, 140 ਫੁੱਟ ਜਿਹੜਾ ਉਹ ਉੱਚਾ ਸੀ। ਤੇ ਉਸ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਉੱਥੇ ਕਿਸੇ ਬਾਦਸ਼ਾਹ ਆ ਕੇ ਆਰਾਮ ਕਰਿਆ ਕਰਦਾ ਸੀ, ਤੇ ਉਹਨੇ ਆਪਣੇ ਸੁੱਖ ਆਰਾਮ ਵਾਸਤੇ ਗਰਮੀਆਂ ਦੇ ਵਿੱਚ ਬਣਾਇਆ ਸੀ। ਪਰ ਵੇਖੋ ਦਿਨ ਜਿਹੜੇ ਪੋਹ ਦੇ ਮਹੀਨੇ ਦੇ ਚੱਲ ਰਹੇ ਸੀ, ਪੋਹ ਦੇ ਮਹੀਨੇ ਦੇ ਦਿਨ, ਤੇ ਨਿੱਕੀਆਂ ਜਿੰਦਾਂ ਨੂੰ ਉੱਥੇ ਜਿਹੜਾ ਵਾ ਸਥਾਪਿਤ ਕਰ ਦਿੱਤਾ। ਉੱਥੇ ਕਚਹਿਰੀ ਦੇ ਵਿੱਚ ਉਸ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਮਾਤਾ ਗੁਜਰ ਕੌਰ, ਇਤਨੀ ਬਜ਼ੁਰਗ। ਤੇ ਜੋ ਸਾਨੂੰ ਇਤਿਹਾਸ ਦੀ ਗੁਰਮਤ ਦੇ ਅਨੁਸਾਰ ਜਿਹੜੀ ਰੋਸ਼ਨੀ, ਅਸੀਂ ਗੁਰਮਤ ਸਿਧਾਂਤ ਦੇ ਅਨੁਸਾਰ ਵੇਖਣਾ ਹੈ, ਸਾਹਿਬਜ਼ਾਦਿਆਂ ਦੀ 3 ਦਿਨ ਪੇਸ਼ੀ ਹੁੰਦੀ ਹੈ। 3 ਦਿਨ ਹੀ ਬੜੇ ਗੂੰਜਦਾਰ ਜਕਾਰਿਆਂ ਦੇ ਨਾਲ ਉਹਨਾਂ ਨੇ ਸੱਚ ਦੀ ਖਾਤਰ ਉੱਥੇ ਕਚਹਿਰੀ ਦੇ ਵਿੱਚ ਵਾਹਿਗੁਰੂ ਦੀ ਫਤਿਹ ਦੀ ਗੱਲ ਕਰਕੇ ਸੱਚ ਦੀ ਖਾਤਰ ਆਪਣੇ ਬਰਦਾਸ ਕੀਤੇ। ਜਿਸ ਵਕਤ ਪਹਿਲੇ ਦਿਨ ਪੇਸ਼ ਕਰਨ ਵਾਸਤੇ ਲੈ ਜਾਣ ਵਾਸਤੇ ਉਹਨਾਂ ਨੂੰ ਜਦੋਂ ਠੰਡੇ ਬੁਰਜ ਤੋਂ ਕਚਹਿਰੀ ਵਾਲੇ ਪਾਸੇ ਸਿਪਾਹੀ ਲਿਆ ਰਿਹਾ, ਤੇ ਸਿਪਾਹੀ ਉਹਨਾਂ ਨੂੰ ਸਿਖਾ ਰਹੇ, ਕਿਉਂਕਿ ਸਿਪਾਹੀਆਂ ਨੂੰ ਇਹ ਗੱਲ ਸਿਖਾਈ ਹੋਈ ਸੀ ਕਿ ਵੀ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਸਿਖਾ ਦੇਣਾ ਹੈ ਵੀ ਜਦੋਂ ਕਚਹਿਰੀ ਦੇ ਅੰਦਰ ਜਾਣਾ ਹੈ ਤੁਸੀਂ ਝੁਕ ਕੇ ਸਲਾਮ ਕਰਨੀ ਹੈ। ਹੁਣ ਝੂਠੀ ਸਰਕਾਰ ਦੇ ਅੱਗੇ ਇਹ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸਭ ਤੋਂ ਛੋਟੇ ਬੱਚੇ ਸਨ, ਉਹਨਾਂ ਦੇ ਮਨ ਹਿਰਦਿਆਂ ਦੇ ਵਿੱਚ ਸੰਗਤ ਕਰ ਕਰਕੇ, ਗੁਰੂ ਕੀ ਸੰਗਤ ਕਰ ਕਰਕੇ ਇਹ ਗੱਲ ਵਸੀ ਹੋਈ ਸੀ ਵੀ ਝੂਠਿਆਂ ਅੱਗੇ ਝੁਕਣਾ ਨਹੀਂ। ਜਿਹੜੇ ਸੱਚ ਨੂੰ ਢਾਹ ਲਾਉਣ, ਜਿਹੜੇ ਸਿਧਾਂਤ ਨੂੰ ਢਾਹ ਲਾਉਣ, ਉਹਨਾਂ ਅੱਗੇ ਝੁਕਣਾ ਨਹੀਂ। ਮੈਂ ਨਾ ਵੀ ਸਾਡੇ ਅੱਜ ਦੇ ਅਜੋਕੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਮਹਾਨ ਸ਼ਹਾਦਤਾਂ ਦੇ ਦਿੱਤੀਆਂ, ਉਹ ਬਹੁਤ ਚੰਗੇ ਸਨ। ਇਹ ਅੱਜ ਦੇ ਜਿਹੜੇ ਸਾਡੇ ਅਖੌਤੀ ਆਗੂ ਨੇ, ਹੁਕਮਰਾਨ ਨੇ, ਇਹ ਕਿੱਦਾਂ ਝੁਕੇ ਪਏ ਨੇ। ਇਹਨਾਂ ਨੇ ਬਾਣਾ ਵੀ ਸਾਰਾ ਪਹਿਨਿਆ ਹੋਇਆ ਹੈ, ਤੇ ਬਾਣਾ ਪਹਿਨ ਕੇ ਬੜਾ ਸੋਹਣਾ, ਵੀ ਇੱਦਾਂ ਲੱਗਦਾ ਵੀ ਪਤਾ ਕਿੰਨੇ ਕੁ ਵੱਡੀ ਗੁਰਮਤ ਦੇ ਧਾਰਨੀ ਹੋਣਗੇ, ਪਰ ਜਦੋਂ ਦੇਖੀਦਾ ਹੁਕਮਨਾਮਾ ਅੱਗੇ ਝੁਕਦੇ ਫਿਰਦੇ ਨੇ। ਤੇ ਇਹਨਾਂ ਨਾਲੋਂ ਤਾਂ ਇਹ ਤਾਂ ਰਸਾਤਲ ਦੇ ਵਿੱਚ ਡਿੱਗੇ ਹੋਏ ਲੋਕ ਨੇ, ਇਹਨਾਂ ਨਾਲੋਂ ਤਾਂ ਉਹ ਗੁਰੂ ਕੇ ਲਾੜ, ਜਿਹੜੇ ਛੋਟੇ ਲਾੜ, ਜਿਨ੍ਹਾਂ ਨੇ ਉਸ ਵਕਤ ਇੰਨੀ ਹਿੰਮਤ ਵਿਖਾਈ ਕਿ ਉਹ ਸਿਪਾਹੀ ਉਹਨਾਂ ਨੂੰ ਕਹਿੰਦੇ ਜਾ ਵੀ ਤੁਸੀਂ ਝੁਕ ਕੇ ਸਲਾਮ ਕਰਨੀ ਹੈ।
ਤੇ ਸਿਪਾਹੀਆਂ ਨੂੰ ਅੱਗੋਂ ਜਵਾਬ ਦਿੰਦੇ ਆ ਵੀ ਅਸੀਂ ਸਲਾਮ ਨਹੀਂ ਕਰਦੇ, ਅਸੀਂ ਤਾਂ ਵਾਹਿਗੁਰੂ ਦੀ ਫਤਿਹ ਬੁਲਾਉਂਦੇ ਆ ਅਤੇ ਝੁਕਦੇ ਨਹੀਂ ਆ, ਅਸੀਂ ਤੇ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ, ਸਾਨੂੰ ਤਾਂ ਇਹੀ ਸਿਖਾਇਆ। ਕਮਾਲ ਹੋ ਗਈ। ਮਤਲਬ ਮੈਂ ਤਾਂ ਹੈਰਾਨ ਕਿ ਸੰਗਤ ਮਾਤਾ ਗੁਜਰ ਕੌਰ ਦੀ, ਜੈਸੀ ਸੰਗਤ ਵੈਸੇ ਉਸੇ ਤਰ੍ਹਾਂ ਦਾ ਜਿਹੜਾ ਰੰਗ ਚੜ ਜਾਂਦਾ ਹੈ। ਹੁਣ ਮਾਤਾ ਗੁਜਰ ਕੌਰ ਜੀ ਨੇ ਆਪਣਾ ਪਤੀ ਵੀ ਸ਼ਹਾਦਤ ਵਾਸਤੇ ਤੋਰਿਆ। ਉਹ ਮਾਤਾ ਗੁਜਰ ਕੌਰ ਜੀ ਜਿਸ ਨੇ ਆਪਣੇ ਪੋਤਰਿਆਂ ਨੂੰ ਵੀ ਇਤਨਾ ਜਜ਼ਬਾ ਭਰ ਕੇ ਇਤਨੀ ਸਹਿਣ ਸ਼ਕਤੀ ਦਿੱਤੀ ਕਿ ਮਤਲਬ ਬਹੁਤ ਹੀ, ਜਿਵੇਂ ਇੱਕ ਭਾਈ ਗੁਰਦਾਸ ਜੀ ਕਹਿੰਦੇ ਨਾ, ਸਾਬਰ ਸਿਦਕ ਸ਼ਹੀਦ। ਸ਼ਹੀਦ ਦੇ ਗੁਣ ਹੈ ਉਹਦੇ ਚ ਸਬਰ ਤੇ ਸਿਦਕ, ਦੋ ਚੀਜ਼ਾਂ ਬਿਲਕੁਲ ਹੀ ਜ਼ਰੂਰਤ ਹੈ। ਇੱਕ ਗੱਲ ਮੇਰੇ ਹੋਰ ਜਿਹਨ ਵਿੱਚ ਮਨ ਵਿੱਚ ਆ ਰਹੀ ਆ ਵੀ ਸ਼ਹਾਦਤ ਸ਼ਬਦ ਦੀ ਤੇ ਅਰਥ ਹੁੰਦਾ ਗਵਾਹੀ, ਸੱਚ ਦੇ ਵਾਸਤੇ ਗਵਾਹੀ ਦੇਣਾ। ਤੇ ਮੈਨੂੰ ਜਿੱਥੋਂ ਤੱਕ ਪੜ੍ਹਨ ਦਾ ਮੌਕਾ ਮਿਲਿਆ, ਸਮਾਂ ਮਿਲਿਆ, ਉਹਦੇ ਚ ਇੱਕ ਗੱਲ ਪ੍ਰਾਪਤ ਹੋਈ ਵੀ ਸ਼ਹੀਦ ਜਿਹੜਾ ਹੈ, ਤਿੰਨ ਤਰ੍ਹਾਂ ਦੇ ਸ਼ਹੀਦ ਹੁੰਦੇ ਨੇ। ਇੱਕ ਸ਼ਹੀਦ ਜਿਹੜੇ ਸ਼ਾਂਤਮਈ ਸਿਦਕ ਦੇ ਨਾਲ ਸਬਰ ਸਹਿੰਦੇ, ਸਬਰ ਇਤਨਾ ਸਬਰ ਕਿ ਇਤੋਂ ਸਭ ਤੋਂ ਵੱਧ ਤਸ਼ੱਦਦ ਸਰੀਰ ਤੇ ਕਰ ਲਵੇ ਤੇ ਤਾਂ ਵੀ ਜਿਹੜੇ ਆ ਘਬਰਾਣਾ ਨਹੀਂ, ਡਰਨਾ ਨਹੀਂ, ਉਸ ਸਿਦਕ ਦੇ ਵਿੱਚ ਰਹਿਣਾ। ਇੱਕ ਤਾਂ ਸ਼ਹੀਦ ਇਹ ਸ਼ਾਂਤਮਈ ਸ਼ਹੀਦ ਜਿਹਨੂੰ ਕਹਿੰਦੇ, ਉਹ ਭਾਵੇਂ ਗੁਰੂ ਅਰਜਨ ਪਾਤਸ਼ਾਹ ਜੀ, ਨੌਵੇਂ ਪਾਤਸ਼ਾਹ ਜੀ, ਛੋਟੇ ਸਾਹਿਬਜ਼ਾਦੇ, ਜਾਂ ਉਸ ਤੋਂ ਬਾਅਦ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਤੋਂ ਇਲਾਵਾ ਹੋਰ ਭਾਈ ਤਾਰੂ ਸਿੰਘ ਜੀ, ਬੜੇ ਸ਼ਹਾਦਤ ਅਕਾਲੀਆਂ ਦੇ ਮੋਰਚਿਆਂ ਵਿੱਚ ਵੀ ਕਈ ਗੁਰੂ ਕੇ ਸਿੰਘ ਸ਼ਹੀਦ ਹੋਏ ਮੋਰਚਿਆਂ ਦੇ ਵਿੱਚ ਵੀ। ਸੋ ਉਹ ਅਕਾਲੀ ਲਹਿਰ ਦੇ ਵਕਤ ਵੀ ਜਿਹੜੇ ਸ਼ਹੀਦ ਹੋਏ ਉਹ ਸਾਰੇ ਸ਼ਾਂਤਮਈ, ਇਹ ਸ਼ਹਾਦਤ ਹੈ। ਪਹਿਲਾਂ ਤਾਂ ਇਹ ਪੱਖ ਹੈ। ਦੂਸਰਾ ਜਿਹੜਾ ਸਮਝਣ ਦੀ ਜਿਹੜੀ ਗੱਲ ਹੋਈ ਕਿ ਰਣ ਮੈਦਾਨ ਦੇ ਵਿੱਚ ਸੂਰਮਿਆਂ ਦੀ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਜੂਝਦਿਆਂ ਲੜਨਾ, ਘਬਰਾਉਣਾ ਡਰਨਾ ਨਹੀਂ। ਉੱਥੇ ਡਰਪੋਕ ਨੂੰ ਜਿਹੜਾ ਅਸੀਂ ਸ਼ਹੀਦ ਨਹੀਂ ਕਹਿ ਸਕਦੇ, ਵੀ ਜਿਹੜਾ ਰਣ ਮੈਦਾਨ ਨੂੰ ਛੱਡ ਕੇ ਭੱਜ ਜਾਏ ਉਹਨੂੰ ਨਾ ਸੂਰਮਾ ਕਿਹਾ ਜਾ ਸਕਦਾ ਹੈ। ਹੁਣ ਰਣ ਮੈਦਾਨ ਦੇ ਵਿੱਚ ਜੂਝ ਕੇ ਮਰਨ ਵਾਲੇ ਨੂੰ ਵੀ ਸ਼ਹੀਦ ਕਿਹਾ। ਤੀਸਰੀ ਜਿਹੜੀ ਗੱਲ ਪ੍ਰਾਪਤ ਹੁੰਦੀ ਹੈ ਕਿ ਸ਼ਬਦ ਮਰੋ ਫਿਰ ਜੀਵੋ ਸਾਧ ਹੀ। ਸਰੀਰੀ ਜੀਵਨ ਜਿਹੜਾ ਵਾ ਉਦੋਂ ਮਿਲਦਾ ਹੈ ਜਦੋਂ ਅਸੀਂ ਜਿੰਦਾ ਸ਼ਹੀਦ ਦੀ ਦਾ ਖਿਤਾਬ ਗੁਰਬਾਣੀ ਦੀ ਫਿਰ ਪ੍ਰਗਟ ਕਰ ਸਕਦੇ, ਗੁਰਬਾਣੀ ਦੇ ਸ਼ਬਦਾਂ ਦੁਆਰਾ ਜਿੰਦਾ ਸ਼ਹੀਦ ਹੋ ਸਕਦੇ ਆ। ਉਹ ਕਿਵੇਂ ਕਿ ਗੁਰਮਤਿ ਸਿਧਾਂਤ ਤੇ ਚੱਲਦਿਆਂ ਚੱਲਦਿਆਂ ਸੱਚ ਦੀ ਗਵਾਹੀ ਦਿੰਦੇ ਰਹਿਣਾ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਸੱਚ ਦੀ ਹੀ ਨੂੰ ਕਾਇਮ ਰੱਖਣਾ, ਸਿਧਾਂਤ ਨੂੰ ਹੀ ਕਾਇਮ ਰੱਖਣਾ। ਇਸ ਕਰਕੇ ਜਿਹੜੇ ਗੁਰੂ ਕੇ ਇਹ ਤਿੰਨ ਜਿਹੜੀਆਂ ਸ਼ਹਾਦਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸਿਰਫ ਮਰਨ ਨੂੰ, ਸਰੀਰਕ ਮੌਤ ਨੂੰ ਹੀ ਸ਼ਹਾਦਤ ਪ੍ਰਵਾਨ ਕਰ ਲਿਆ ਹੈ। ਸੱਚ ਦੀ ਖਾਤਰ ਜੂਝਦਿਆਂ ਵੀ ਸ਼ਹੀਦ ਹੋਏ ਨੇ। ਕਿਵੇਂ ਸ਼ਹੀਦ ਹੋਏ ਨੇ? ਜਿੰਦਾ ਸ਼ਹੀਦ ਰਹੇ ਨੇ। ਆਪਣੀ ਜ਼ਿੰਦਗੀ ਉਹਨਾਂ ਨੇ ਸੱਚ ਨੂੰ ਹੀ ਸਮਰਪਿਤ ਕਰਕੇ ਰੱਖੀ। ਜਿਵੇਂ ਉੱਥੇ ਇੱਕ ਗੱਲ ਹੋਰ ਬੜਾ ਪਿਆਰਾ ਨਾਮ ਆਉਂਦਾ ਹੈ ਕਿ ਮੋਤੀ ਰਾਮ ਮਹਿਰਾ, ਉਹਨੇ ਸੱਚ ਦੀ ਖਾਤਰ ਹੀ ਸਾਹਿਬਜ਼ਾਦਿਆਂ ਨੂੰ, ਵੇਖੋ ਕਿਤਨੇ ਭਿਆਨਕ ਸਮਾਂ ਸੀ, ਇੱਕ ਕਚਹਿਰੀ ਦੇ ਵਿੱਚ ਠੰਡੇ ਬੁਰਜ ਜਿਹੜੇ ਥਰ ਥਰ ਕੰਬਦੇ ਸੀ ਸਰਕਾਰ ਦੇ ਹੁਕਮਰਾਨਾਂ ਤੋਂ, ਵਜ਼ੀਰ ਖਾਨ ਵਰਗਿਆਂ ਤੋਂ, ਜਿਨ੍ਹਾਂ ਨੂੰ ਮਾੜੀ ਜੀ ਸੂਹ ਮਿਲ ਜਾਏ ਤੇ ਉਹ ਮਾੜੀ ਜੀ ਸੂਹ ਮਿਲ ਜਾਏ ਕਿ ਫਲਾਣੇ ਨੇ ਉਹਨਾਂ ਦੀ ਮਦਦ ਕੀਤੀ ਹੈ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਖਤਮ ਕਰਨ ਵਾਸਤੇ ਉਹ ਤੁਰ ਪੈਂਦੇ ਸੀ। ਮੋਤੀ ਰਾਮ ਮਹਿਰਾ ਜੀ ਨੇ ਜਿਸ ਵਕਤ ਸਾਹਿਬਜ਼ਾਦਿਆਂ ਦੀ ਸੇਵਾ ਕਮਾਈ ਹੈ, ਉਹ ਉਸੇ ਵਕਤ ਹੀ ਸੱਚ ਦੀ ਖਾਤਰ ਸ਼ਹਾਦਤ ਦੇ ਕੇ, ਉਹ ਸੱਚ ਦੀ ਖਾਤਰ ਆਪਣੀ ਗਵਾਹੀ ਦੇ ਕੇ ਗਏ ਆ। ਉਹਨਾਂ ਨੇ ਸੱਚ ਦੀ ਖਾਤਰ ਉਹ ਜਦੋਂ ਹੀ ਦੁੱਧ ਪਿਆਇਆ ਵਾ ਉਹਨਾਂ ਨੂੰ, ਤਾਂ ਸਮਝ ਲਓ ਕਿ ਉਹਨਾਂ ਨੇ ਸੱਚ ਨੂੰ ਅਪਣਾ ਲਿਆ ਹੈ। ਤੇ ਜਿਸ ਵਕਤ ਫਿਰ ਉਹਨਾਂ ਦਾ ਇਸ ਜਿਹੜਾ ਦੁੱਧ ਪਿਆਉਣ ਦੇ ਦੋਸ਼ ਦੇ ਵਿੱਚ ਪੂਰੇ ਦੇ ਪੂਰੇ ਪਰਿਵਾਰ ਨੂੰ ਕੋਲੂ ਚ ਪੀੜ ਕੇ ਜਿਹੜਾ ਵਾ ਸ਼ਹੀਦ ਕਰ ਦਿੱਤਾ ਜਾਂਦਾ ਹੈ, ਸਰੀਰਕ ਤੌਰ ਤੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਉੱਥੇ ਕਾਜੀ ਵੱਲੋਂ ਫਰਮਾਨ ਜਾਰੀ ਹੋ ਰਿਹਾ ਹੈ। ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਆਵਾਜ਼ ਉੱਠੀ ਹੈ ਕਿ ਅਸੀਂ ਪੰਡਤਾਂ ਤੇ ਮੌਲਵੀਆਂ ਵੱਲੋਂ ਜੋ ਕੁਛ ਲਿਖਿਆ ਇਹਨੂੰ ਪ੍ਰਮਾਣ ਨਹੀਂ ਕਰਦੇ। ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਨਿਆਂ ਕਰਨ ਵਾਸਤੇ ਜਿਹੜਾ ਇਹ ਕਾਜੀ ਇਸ ਗੱਦੀ ਦੇ ਉੱਪਰ ਬੈਠਾ ਹੈ ਤੇ ਇਹ ਸੱਚ ਦੀ ਗੱਲ ਤੇ ਕਰਦਾ ਹੀ ਨਹੀਂ, ਕੱਢ ਕੇ ਆਪਣੀ ਕਿਤਾਬ ਤੇ ਕੁਰਾਨ ਸ਼ਰੀਫ ਦੇ ਵਿੱਚੋਂ ਇਹ ਕਹਿੰਦਾ ਹੈ ਕਿ ਸਾਹਿਬਜ਼ਾਦਿਆਂ ਨੂੰ, ਜਦੋਂ ਵਜ਼ੀਰ ਖਾਂ ਪੁੱਛਦਾ ਹੈ ਸਾਹਿਬਜ਼ਾਦਿਆਂ ਨੂੰ ਕੀ ਸਜ਼ਾ ਦਿੱਤੀ ਜਾਏ, ਕਿਉਂਕਿ ਇਹ ਮੰਨਦੇ ਨਹੀਂ, ਇਹ ਸੱਚ, ਇਹ ਡੋਲ ਨਹੀਂ ਰਹੇ, ਬਹੁਤ ਲਾਲਚ ਦਿੱਤੇ। ਉਸ ਸਰਹੰਦ ਦੀ ਧਰਤੀ ਤੇ ਸੋਚਣ ਵਾਲੀ ਗੱਲ ਹੈ ਕਿ ਅੱਜ ਕੋਈ ਨਿੱਕੀ ਜੀ ਗੱਲ ਤੇ ਕੋਈ ਮਾੜੀ ਜੀ ਗੱਲ ਕਵੇ ਵੀ ਅਸੀਂ ਤੁਹਾਨੂੰ ਗੱਡੀ ਦੇ ਦਿੰਦੇ ਹਾਂ
ਤੁਸੀਂ ਸਾਡੀ ਗੱਲ ਮੰਨ ਲਓ। ਸ਼ਰਾਬ ਦੀ ਬੋਤਲ ਦੇ ਉੱਤੇ ਸਾਡੇ ਲੋਕ ਜਿਹੜੇ ਆ ਝੁਕ ਜਾਂਦੇ ਆ, ਪਰ ਧੰਨ ਮਾਤਾ ਗੁਜਰ ਕੌਰ ਦੇ ਪੋਤਰੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਲਾਲਚ ਨੂੰ ਅਪਣਾਇਆ ਨਹੀਂ, ਲਾਲਚ ਨੂੰ ਤਿਆਗਿਆ ਹੈ, ਬਿਲਕੁਲ ਗੁਰੂ ਨੂੰ ਸਮਰਪਿਤ ਹੋ ਗਏ। ਗੁਰੂ ਨੂੰ ਸਮਰਪਿਤ ਹੋ ਕੇ ਉੱਥੇ ਗੱਜ ਕੇ ਫਤਿਹ ਬੁਲਾਉਂਦੇ ਆ ਜਦੋਂ ਜਾਂਦੇ ਆ। ਇਸ ਗੱਲ ਤੇ ਹੋਰ ਦੁਖੀ ਜਿਹੜਾ ਵਾ ਵਜ਼ੀਰ ਖਾਨ ਤੇ ਸੁੱਚਾ ਨੰਦ ਤੇ ਹੋਰ ਉੱਥੇ ਜਿਹੜੇ ਅਖੌਤੀ ਲੋਕ ਬੈਠੇ ਨੇ, ਕਾਜੀ ਵਰਗੇ ਜਿਹੜੇ ਬੈਠੇ ਨੇ, ਉਹ ਬਹੁਤ ਤੰਗ ਨੇ। ਫਿਲਹਾਲ ਕਿ ਉਹਨਾਂ ਨੇ ਹੋਰ ਤਸ਼ੱਦਦ ਦੇਣ ਵਾਸਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਕੀਤਾ। ਉੱਥੇ ਇੱਕ ਗੱਲ ਜਿਹੜੀ ਸਮਝਣ ਵਾਲੀ ਹੈ, ਨੀਹਾਂ ਵਿੱਚ ਖਲੋ ਕੇ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ, ਕਿਉਂਕਿ ਉਹਨਾਂ ਨੂੰ ਹਿੰਮਤ ਮਿਲ ਰਹੀ ਸੀ ਗੁਰੂ ਨਾਨਕ ਦੇ ਸਿਧਾਂਤ ਵਿੱਚੋਂ, ਗੁਰਮਤਿ ਦੇ ਸਿਧਾਂਤ ਵਿੱਚੋਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਵਿੱਚੋਂ, ਜਿਹੜੀ ਉਹਨਾਂ ਨੇ ਕੁਝ ਕੁ ਚਿਰ ਜਿਹੜੀ ਉੱਥੇ ਸੰਗਤ ਕੀਤੀ। ਵਰਨਾ 7 ਤੇ 9 ਸਾਲ ਦੀ ਉਮਰ ਦੇ ਵਿੱਚ ਇੰਨੇ ਮਹਾਨ ਕਾਰਨਾਮੇ ਕਰਦੇ ਨੇ, ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਕਿਉਂਕਿ ਉਹਨਾਂ ਨੂੰ ਇੰਜ ਕਹਿ ਲਈਏ ਕਿ ਜਿਵੇਂ ਇੱਕ ਕਵੀ ਕਹਿੰਦਾ, ਡੁੱਲੇ ਜਾਂ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਉਹਨਾਂ ਨੂੰ ਆਪਣੀ ਕੌਮ ਦਿਸਦੀ ਸੀ, ਆਪਣੇ ਲੋਕ ਦਿਸਦੇ ਸੀ, ਇਨਸਾਨੀਅਤ ਦਿਸਦੀ ਸੀ, ਉਹਨਾਂ ਨੂੰ ਸੱਚ ਦਿਸਦਾ ਸੀ, ਉਹਨਾਂ ਨੂੰ ਧਰਮ ਦਿਸਦਾ ਸੀ, ਉਹਨਾਂ ਨੂੰ ਹੋਰ ਕੁਛ ਨਹੀਂ ਦਿਸਿਆ। ਉਹ ਸਮਰਪਿਤ ਹੀ ਹੋ ਗਏ ਸਭ ਕੁਛ, ਬਿਲਕੁਲ ਲਾਲਚ ਮੁਕਤ ਜ਼ਿੰਦਗੀ ਕਿਵੇਂ ਜਿਉਣੀ ਜਾਂ ਤੇ ਕੁਝ ਸਮੇਂ ਵਾਸਤੇ ਕਿਵੇਂ ਜ਼ਿੰਦਗੀ ਉਹਨਾਂ ਨੇ ਬਤੀਤ ਕੀਤੀ। ਪਰ ਉਹ ਜ਼ਿੰਦਗੀ ਜਿਹੜੀ ਉਹਨਾਂ ਨੇ ਜਿਉਈ, ਜਿਹੜੀ ਸੱਚ ਦੀ ਖਾਤਰ ਉਹਨਾਂ ਨੇ ਦੀਵਾਰਾਂ ਵਿੱਚ ਚਿਣਵਾਉਣਾ ਤੇ ਜਿਹੜਾ ਪ੍ਰਵਾਨ ਕਰ ਲਿਆ। ਸ਼ਾਸ਼ੁਲ ਬੇਗ ਤੇ ਬਾਸ਼ੁਲ ਬੇਗ ਨੇ ਜਦੋਂ ਕੰਧਾਂ ਕਰਨੀਆਂ ਆਰੰਭ ਕੀਤੀਆਂ, ਕੰਧਾਂ ਦੇ ਵਿੱਚ ਕਹਿੰਦੇ ਨੇ ਕਿ ਦੀਵਾਰ ਜਿਹੜੀ ਹੋਈ, ਤੇ ਜਿਹੜੀ ਦੀਵਾਰ ਉੱਥੇ ਹੋਈ, ਦੀਵਾਰ ਸਾਹ ਦੇ ਨਾਲ ਜਿਹੜੀ ਉਹ ਦੀਵਾਰ ਟੁੱਟ ਗਈ, ਸਾਹ ਟੁੱਟਣ ਦਾ। ਜਦੋਂ ਦੀਵਾਰ ਟੁੱਟ ਗਈ ਜਾਂ ਸਵਾਹ ਟੁੱਟਣ ਨਾਲ, ਤੇ ਫਿਰ ਹੁਕਮ ਜਾਰੀ ਹੋਇਆ ਕਿ ਇਹਨਾਂ ਦੀ ਗਰਦਨ ਤੇ ਜਿਹੜਾ ਕਾਚੂ ਮਾਰ ਕੇ ਭਾਵ ਕੇ ਇਹਨਾਂ ਦੀ ਸਾਹ ਰਗ ਵੱਢ ਦਿਓ। ਉੱਥੇ ਫਿਰ ਛੋਟੇ ਸਾਹਿਬਜ਼ਾਦੇ ਜਿਹੜੇ ਨੇ ਸ਼ਹਾਦਤ ਦੇ ਜਾਂਦੇ ਨੇ, ਸੱਚ ਨੂੰ ਸਮਰਪਿਤ ਹੋ ਕੇ ਸੱਚ ਲਈ ਗਵਾਹੀ ਦੇ ਜਾਂਦੇ ਨੇ। ਅਨੰਦਪੁਰ ਤੋਂ ਸਫ਼ਰ ਸ਼ੁਰੂ ਹੋਇਆ ਸੀ ਤੇ ਸਰਹੰਦ ਦੀ ਧਰਤੀ ਤੇ ਆ ਕੇ ਜਿਹੜਾ ਸਫ਼ਰ ਇੱਕ ਨਵਾਂ ਮੋੜ ਲੈ ਲਿਆ, ਸਫ਼ਰ ਨਹੀਂ, ਇੱਕ ਨਵਾਂ ਮੋੜ ਸਫ਼ਰ ਲੈ ਲੈਂਦਾ ਹੈ। ਉਹ ਸਫ਼ਰ ਹਰ ਸਾਲ ਇਸੇ ਤਰ੍ਹਾਂ ਅੱਗੇ ਦੀ ਅੱਗੇ ਚੱਲਦਾ ਰਹਿਣਾ ਹੈ। ਇਤਿਹਾਸ ਭਾਵੇਂ ਉਹੀ ਹੋਣਾ ਹੈ, ਪਰ ਇਸ ਇਤਿਹਾਸ ਦੇ ਵਿੱਚੋਂ ਸਾਨੂੰ ਇੱਕ ਸਭ ਤੋਂ ਵੱਡੀ ਗੱਲ ਇਹ ਪ੍ਰਾਪਤ ਹੁੰਦੀ ਹੈ ਕਿ ਉਹਨਾਂ ਨੇ ਸੱਚ ਤੇ ਧਰਮ ਦੀ ਖਾਤਰ ਜੋ ਪੂਰਨੇ ਪਾ ਦਿੱਤੇ ਆ, ਉਹ ਸ਼ਾਇਦ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ। ਅੱਜ ਸਾਨੂੰ ਸਾਡੇ ਜਿਹੜੇ ਪ੍ਰਚਾਰਕ ਸੱਜਣ ਨੇ, ਵਿਦਵਾਨ ਸੱਜਣ ਨੇ, ਸਟੇਜਾਂ ਤੋਂ ਉਹਨਾਂ ਦੀ ਗੱਲ ਕਰਨ ਲੱਗਿਆ ਵੀ ਕੰਨੀ ਕਤਰਾਉਂਦੇ ਨੇ। ਸੋਚਣ ਵਾਲੀ ਗੱਲ ਹੈ ਨਾ ਵੀ ਇਹ ਲੋਕ ਆਪਣੀਆਂ ਹੀ ਰੀਝਾਂ ਪੂਰੀਆਂ ਕਰਨ ਵਾਲੇ ਪਾਸੇ ਲੱਗੇ ਹੋਏ ਨੇ। ਸਵਾਰਥੀ ਲੋਕ ਜਿਹੜਾ ਸਿਧਾਂਤ ਨੂੰ ਪੇਸ਼ ਕਰ ਰਹੇ, ਸਵਾਰਥ ਨੂੰ ਅੱਗੇ ਦਾ ਸਨਮੁਖ ਰੱਖ ਕੇ ਤੋਰ, ਪਰ ਉੱਥੇ ਅਸੀਂ ਦੇਖਦੇ ਹਾਂ ਸਵਾਰਥ ਨਹੀਂ। ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਜੀ ਨੂੰ, ਜਿਵੇਂ ਇਤਿਹਾਸ ਦੇ ਵਿੱਚ ਤਾਂ ਮਾਤਾ ਗੁਜਰ ਕੌਰ ਜੀ ਬਾਰੇ ਕੋਈ ਇੱਕ ਰਾਏ ਨਹੀਂ ਆ। ਜਿਹੜੀ ਇਹ ਇੱਕ ਫਿਲਮ ਬਣੀ ਆ ਉਹਦੇ ਵਿੱਚ ਵੀ ਉਹਨਾਂ ਨੇ ਜਿਸ ਤਰ੍ਹਾਂ ਵਿਖਾਇਆ ਵੀ ਮਾਤਾ ਜੀ ਆਪਣੇ ਸਵਾਸ ਤੇ ਆ ਕੇ ਬੈਠੇ ਬੈਠੇ, ਲੇਕਿਨ ਜੋ ਅਸਲ ਗੱਲ ਅਸੀਂ ਕਹਿ ਸਕਦੇ ਹਾਂ ਕਿ ਜਿਸ ਮਾਤਾ ਨੇ ਆਪਣੇ ਪਤੀ ਨੂੰ ਸ਼ਹਾਦਤ ਵਾਸਤੇ ਤੋਰਿਆ, ਜਿਸ ਮਾਤਾ ਨੇ ਆਪਣੇ ਪੋਤਰਿਆਂ ਨੂੰ ਸ਼ਹਾਦਤ ਵਾਸਤੇ ਤੋਰਿਆ, ਉਹ ਮਾਤਾ ਕਦੀ ਵੀ ਆਪਣੇ ਆਪ ਨੂੰ ਆਤਮਦਾਹ ਨਹੀਂ ਕਰ ਸਕਦੀ, ਆਤਮ ਹੱਤਿਆ ਨਹੀਂ ਕਰ ਸਕਦੀ। ਤੇ ਜੋ ਅਜੋਕੇ ਵਿਦਵਾਨਾਂ ਨੇ ਗੱਲ ਲਿਖੀ ਆ, ਜੋ ਮਿਲਦੀ ਆ ਕਿ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕੀਤਾ ਗਿਆ। ਸੋ ਇਹ ਗੱਲ ਪ੍ਰਮਾਣ ਕਰਨੀ ਤਾਂ ਬਹੁਤ ਜਿਹੜੀ ਜ਼ਰੂਰੀ ਹੈ, ਕਿਉਂਕਿ ਸੱਚਮੁੱਚ ਏਦਾਂ ਹੋਇਆ ਹੈ। ਮਾਤਾ ਗੁਜਰ ਕੌਰ ਜੀ ਵੀ ਸ਼ਹਾਦਤ ਦੇ ਕੇ ਗਏ ਨੇ। ਉਹਨਾਂ ਨੂੰ ਠੰਡੇ ਬੁਰਜ ਤੋਂ 140 ਫੁੱਟ ਉੱਪਰੋਂ ਥੱਲੇ ਸੁੱਟਿਆ ਗਿਆ ਤੇ ਉੱਥੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਨੇ। ਉਹਨਾਂ ਸ਼ਹੀਦਾਂ ਦੇ ਨੂੰ ਅਸੀਂ ਸਜਦਾ ਕਰਦੇ ਹਾਂ। ਅੱਜ ਜੋ ਕੁਝ ਵੀ ਸਾਨੂੰ ਇਸ ਗੱਲ ਦੀ ਸਾਨੂੰ ਪ੍ਰੇਰਨਾ ਲੈਣ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ ਉਹਨਾਂ ਮਹਾਨ ਮਰਜੀਵੜਿਆਂ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੀਏ,
ਜਿਹੜੇ ਅੱਜ ਸਾਡੀਆਂ ਹੀ ਸਟੇਜਾਂ ਤੋਂ ਉਹਨਾਂ ਸਿਧਾਂਤਾਂ ਨੂੰ ਨਹੀਂ ਬੋਲਿਆ, ਪੜ੍ਹਿਆ ਜਾਂ ਪ੍ਰਚਾਰਿਆ ਨਹੀਂ ਜਾ ਰਿਹਾ, ਇਹ ਬਹੁਤ ਦੁੱਖ ਦੀ ਗੱਲ ਹੈ। ਅਜੋਕੀ ਸਾਡੀ ਪੀੜ੍ਹੀ ਜਿਹੜੀ ਆ ਨਿਰਾਸ਼ਤਾ ਵਾਲੇ ਪਾਸੇ ਕਿਉਂ ਜਾ ਰਹੀ ਆ? ਕਿਉਂਕਿ ਅਸੀਂ ਉਹਨਾਂ ਨੂੰ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੀ ਨਹੀਂ ਦੱਸ ਰਹੇ। ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿਧਾਂਤ ਨਾਲ ਜੋੜਨ ਦੀ ਅੱਜ ਜ਼ਰੂਰਤ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਇਹ ਪਹਿਲਾ ਦਿਨ ਸੀ। ਆਪ ਸਮੂਹ ਸੰਗਤ ਤੇ ਜਿਤਨੇ ਵੀ ਸੱਜਣ ਵਿਦਵਾਨ ਜੁੜੇ ਨੇ ਉਹਨਾਂ ਦਾ ਧੰਨਵਾਦ ਹੈ। ਤੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਫਤਿਹ। ਬਹੁਤ ਵਧੀਆ ਗੁਰਪ੍ਰੀਤ ਜੀ, ਹਾਂਜੀ, ਬੱਚੇ ਹਾਂਜੀ। ਬਹੁਤ ਵਧੀਆ। ਬਹੁਤ ਅੱਛਾ। ਧੰਨਵਾਦ ਬਾਪੂ ਜੀ। जो तो प्रेम खिलन का चाओ, सिर धर तली गली मेरी आओ, इत मारक पैर धरीजे, सिर दीजे कान ना कीजे। जो गुरु नानक साहब ने जो सिद्धांत दिता ते मानो छोटे साहबजादियां ते वड्डे साहबजादे चारों ही साहबजादियां ने वो जी के साबित किता, जी के तकाया। आप जी ने जिहड़ा सफर दा जिक्र किता, जिहड़ा अनंदपुर साहब तो आरंभ होया, ਤੇ ਬੜੀ ਖੂਬਸੂਰਤ ਗੱਲ ਕੀਤੀ ਕਿ ਉਹ ਸਫ਼ਰ ਜਿਹੜਾ ਹੈ ਸਰਹੰਦ ਜਾ ਕੇ ਖਤਮ ਨਹੀਂ ਹੋਇਆ, ਇੱਕ ਨਵਾਂ ਮੋੜ ਲੈਂਦਾ ਹੈ। ਸਫ਼ਰ ਤੇ ਮੈਂ ਕਹਾਂਗਾ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਰੰਭ ਕੀਤਾ, ਸਫ਼ਰ ਤੇ ਤਾਂ ਹੀ ਆਰੰਭ ਹੋ ਗਿਆ। ਜਿਹੜੀ ਸਮਾਜ ਜਿਹੜਾ ਹੈ ਇੰਜ ਕਹਿ ਲਈਏ ਕਿ ਸੰਸਾਰ ਦੇ ਭੁਲੇਖਿਆਂ ਦੇ ਵਿੱਚ, ਭਰਮਾਂ ਦੇ ਵਿੱਚ, ਕਿਉਂਕਿ ਜਾਗ੍ਰਿਤੀ ਨਹੀਂ ਹੋਣ ਦੀ ਵਜ੍ਹਾ ਕਰਕੇ ਜਿਹੜਾ ਮਰਿਆ ਮੁੱਕਿਆ ਹੋਇਆ ਸੀ ਉਹਨੂੰ ਲਗਭਗ ਕਾਫੀ ਸਮਾਂ ਲੱਗਿਆ ਜੋ ਜਗਾਉਣ ਦੇ ਵਿੱਚ। ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੇ ਉਹਨਾਂ ਨੂੰ ਜਗਾਉਣਾ ਕੀਤਾ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਕੇ ਉਹਨਾਂ ਨੂੰ ਇੱਕ ਨਵਾਂ ਮੋੜ ਤਾਂ ਵੀ ਦਿੱਤਾ ਸੀ। ਤੇ ਉਸ ਮੋੜ ਦੇ ਉੱਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਅੱਜ ਸਤਿਕਾਰਯੋਗ ਗੁਰਦੀਪ ਵੀਰ ਜੀ ਨੇ ਜੋ ਕਮਾਲ ਕੀਤਾ ਹੈ, ਜਾਂ ਗੁਰਪ੍ਰੀਤ ਸਿੰਘ ਜੋਹਲ ਜੀ ਨੇ ਸਾਨੂੰ ਸਾਂਝ ਪਾਈ ਹੈ। ਗੁਰਦੀਪ ਵੀਰ ਜੀ ਨੇ ਸਾਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਣਾ ਕੀਤਾ, ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਬਾਰੇ। ਤੇ ਗੁਰਪ੍ਰੀਤ ਵੀਰ ਜੀ ਨੇ ਸਾਨੂੰ ਸਮਝਾਉਣਾ ਕੀਤਾ, ਦੱਸਣਾ ਕੀਤਾ ਉਸ ਸਮੇਂ ਕਿ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਕਿਸ ਤਰੀਕੇ ਦੇ ਨਾਲ ਸ਼ਹਾਦਤ ਕੀਤੇ ਗਏ, ਸ਼ਹਾਦਤ ਪਾਈ ਜੋ ਉਹਨਾਂ ਨੇ, ਕਿਸ ਤਰੀਕੇ ਦੇ ਨਾਲ ਸ਼ਹੀਦ ਹੋਏ। ਤੇ ਬਹੁਤ ਹੀ ਖੂਬਸੂਰਤ ਮੈਂ ਕਹਾਂਗਾ ਕਿ ਇਹ ਦ੍ਰਿਸ਼ਟਾਂਤ ਨਿਕਲ ਕੇ ਆਇਆ। ਗੁਰਮਤ ਦੇ ਆਧਾਰ ਤੇ ਵੀ ਗੁਰਪ੍ਰੀਤ ਵੀਰ ਜੀ ਸਾਨੂੰ ਦੱਸਦੇ ਰਹੇ। 1-2 ਮਿੰਟ ਦੇ ਲਈ ਅਰਵਿੰਦਰ ਵੀਰ ਜੀ ਆਪ ਜੀ ਪਲੀਜ਼ ਸਾਂਝ ਪਾਇਆ ਜਾਏ, ਫਿਰ ਅਸੀਂ ਬਿਲਕੁਲ ਸਮਾਪਤੀ ਵਾਲਾ ਸਮਾਂ ਬਹੁਤ ਹੋ ਗਿਆ। हाँ, इकबाल वीर जी आप जी भी 1 आधा मिनट जरूर सांझ पाया जाए। हरविंदर वीर जी आप जी सांझ पाना चाहोगे जी? ਬਹੁਤ ਬਹੁਤ ਧੰਨਵਾਦ ਵੀਰ ਜੀ ਦਾ, ਗੁਰਪ੍ਰੀਤ ਵੀਰ ਜੀ ਦਾ ਵੀ, ਦੋਨੋਂ ਦਾ। ਉਹਨਾਂ ਨੇ ਬਹੁਤ ਸੁਚੱਜੇ ਢੰਗ ਨਾਲ ਜਿਹੜਾ ਨਿਬੇੜਾ ਇਤਿਹਾਸ ਨਾਲ ਜਿਹੜੀ ਜਾਣਕਾਰੀ ਸਾਡੀ ਕਰਵਾਈ, ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ। जी इकबाल वीर जी आप जी भी कुछ सांझ पानी चाहोगे? ਵੀਰ ਜੀ ਇੱਕ ਮਿੰਟ ਮੈਂ ਥੋੜਾ जी ਸੁਣਿਆ बापू ਜੀ। जी बापू जी। ਅੱਜ ਸਾਰੇ ਕਿਸਾਨ ਜਿਹੜੇ ਹੈ ਨਾ, ਕਿਸਾਨਾਂ ਨੇ ਇੱਕ ਮੈਸੇਜ ਦਿੱਤਾ ਹੈ ਕਿ ਭਈ ਹੋ ਸਕੇ ਤੇ, ਕਿਉਂਕਿ ਉਹ ਭੁੱਖ 'ਚ ਬੈਠੇ ਨੇ ਤੇ ਅੱਜ ਕਿਸਾਨਾਂ ਦਾ ਦਿਨ ਹੈ, ਤੇ ਉਹ ਮੈਸੇਜ ਹੈ ਕਿ ਭਈ ਇੱਕ ਡੰਗ ਦਾ ਖਾਣਾ ਜਿਹੜਾ ਹੈ ਉਹਨੂੰ ਸਕਿਪ ਕਰੀਏ। ਤੋ ਮੈਂ ਸਵੇਰ ਦਾ ਖਾਣਾ, ਦੁਪਹਿਰ ਦਾ ਸਕਿਪ ਕਰਾਂਗਾ ਤੇ ਸ਼ਾਮ ਦਾ ਖਾਣਾ। ਇਹ ਮੈਸੇਜ ਹੈ ਕਿਸਾਨਾਂ ਦੀ ਤਰਫੋਂ ਕਿ ਇਹ ਉਹਨਾਂ ਨਾਲ, ਮਤਲਬ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਹੈ ਉਹਦੀ ਪ੍ਰੋੜਤਾ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਧੰਨਵਾਦ ਬਾਪੂ ਜੀ, ਆਪ ਜੀ ਨੇ ਜਿਹੜਾ ਸੁਨੇਹਾ ਦਿੱਤਾ ਹੈ ਕਿਸਾਨਾਂ ਦਾ, ਜ਼ਰੂਰ ਸਾਨੂੰ ਹਰ ਤਰੀਕੇ ਦੇ ਨਾਲ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਇਹ ਜੰਗ ਸਿਰਫ ਕਿਸਾਨਾਂ ਦੀ ਜੰਗ ਨਹੀਂ ਹੈ,